ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸੱਚੇ ਸੌਦੇ ਦੇ ਨਾਂ 'ਤੇ ਚੱਲਦੇ ਡੇਰੇ ਬਾਰੇ ਵਿਚਾਰ ਕਰਾਂਗੇ। ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਹੀ ਦੱਸ ਦੇਵਾਂ ਕਿ ਇਹ ਨਿੰਦਿਆ ਨਹੀਂ ਹੈ, ਸੱਚ ਹੈ। ਕਿਉਂਕਿ ਕੁਝ ਲੋਕ ਸੱਚੀ ਗੱਲ ਕਹਿਣ ਨੂੰ ਵੀ ਨਿੰਦਿਆ ਕਹਿ ਦਿੰਦੇ ਹਨ। ਨਿੰਦਿਆ ਹੁੰਦੀ ਹੈ ਆਪਣੇ ਕੋਲੋਂ ਗੱਲ ਬਣਾ ਕੇ ਕਿਸੇ ਦੀ ਵਾਧੂ ਦੀ ਬਦਨਾਮੀ ਕਰਨੀ, ਭਾਵ ਅਣਹੋਈਆਂ ਗੱਲਾਂ ਕਰਨੀਆਂ। ਸੱਚੋ ਸੱਚ ਬਿਆਨ ਕਰਨਾ ਨਿੰਦਾ ਨਹੀਂ ਹੁੰਦੀ। ਕਈ ਕਹਿ ਦਿੰਦੇ ਹਨ ਕਿ ਦੇਹਧਾਰੀ ਗੁਰੂ ਤੋਂ ਬਿਨਾਂ ਪਾਰ ਉਤਾਰਾ ਨਹੀਂ ਹੁੰਦਾ, ਪਰ ਇਹ ਸੱਚ ਹੈ ਕਿ ਦੇਹ ਕਿਸੇ ਨੂੰ ਪਾਰ ਨਹੀਂ ਲਾਉਂਦੀ, ਬਚਨਾਂ ਦੀ ਕਮਾਈ ਹੀ ਪਾਰ ਲਾਉਂਦੀ ਹੈ। ਸੁਣਤ ਕਮਾਵਤ ਹੋਤ ਉਧਾਰ। ਪਿਆਸ ਪਾਣੀ ਬੁਝਾਉਂਦਾ ਹੈ, ਘੜਾ ਨਹੀਂ। ਭਾਵ ਕਿ ਇਹਨਾਂ ਦੀਆਂ ਦੇਹਾਂ ਖਾਲੀ ਘੜੇ ਹਨ, ਇਹਨਾਂ ਵਿੱਚ ਗਿਆਨ ਰੂਪ ਪਾਣੀ ਨਹੀਂ। ਸਿਰਸੇ ਵਾਲਾ ਇਹ ਡੇਰਾ ਸ਼ਾਹ ਮਸਤਾਨਾ ਤੋਂ ਸ਼ੁਰੂ ਹੋਇਆ, ਜੋ ਕਿ ਬਿਆਸ ਵਾਲੇ ਸਾਵਣ ਸਿੰਘ ਦਾ ਚੇਲਾ ਸੀ। ਮਸਤਾਨੇ ਨੂੰ ਰਾਧਾ ਸੁਆਮੀ ਗੁਰੂ ਡੰਮ ਦਾ ਪ੍ਰਚਾਰ ਕਰਨ ਵਾਸਤੇ ਸਿਰਸੇ ਵੱਲ ਭੇਜਿਆ, ਪਰ ਇੱਧਰ ਆ ਕੇ ਇਹਨਾਂ ਦਾ ਪ੍ਰਚਾਰ ਕਰਨ ਦੀ ਬਜਾਏ ਆਪ ਹੀ ਗੁਰੂ ਬਣ ਬੈਠਾ ਅਤੇ ਸੱਚਾ ਸੌਦਾ ਦੇ ਨਾਂ 'ਤੇ ਆਪਣਾ ਗੁਰੂ ਡੰਮ ਚਲਾ ਲਿਆ। ਬਿਆਸ ਵਾਲਿਆਂ ਨਾਲ ਇਸ ਦੀ ਟੁੱਟ ਗਈ, ਜਿਸ ਦਾ ਸਬੂਤ ਇਸ ਨੇ ਆਪਣਾ ਨਵਾਂ ਨਾਮ ਸ਼ਬਦ ਬਣਾ ਲਿਆ, ਜੋ 5 ਸ਼ਬਦ ਜੋਤ ਨਿਰੰਜਨ, ਓਅੰਕਾਰ, ਰਰੰਕਾਰ, ਸਤਨਾਮ, ਸੋਹੰ ਇਸ ਨੂੰ ਬਿਆਸ ਵਾਲਿਆਂ ਤੋਂ ਮਿਲੇ। ਉਹਨਾਂ ਨੂੰ ਬਦਲ ਕੇ ਨਵੇਂ 5 ਸ਼ਬਦ ਸਤਪੁਰਖ, ਅਕਾਲ ਮੂਰਤ, ਅਵਿਨਾਸੀ, ਨਿਰੰਕਾਰ ਸ਼ਬਦ ਸਰੂਪੀ ਰਾਮ ਬਣਾ ਲਈ। ਤੇ ਕੁਝ ਦੇਰ ਬਾਅਦ ਆਪ ਹੀ ਆਪਣਾ ਬਣਾਇਆ ਨਾਮ ਬਦਲ ਕੇ 3 ਸ਼ਬਦ ਕਰ ਦਿੱਤੇ, ਸਤਪੁਰਖ, ਅਕਾਲ ਮੂਰਤ, ਸ਼ਬਦ ਸਰੂਪੀ ਰਾਮ, ਅਤੇ 2 ਸ਼ਬਦ ਅਵਿਨਾਸੀ ਤੇ ਨਿਰੰਕਾਰ ਵਿੱਚੋਂ ਕੱਟ ਦਿੱਤੇ। ਬਿਆਸ ਵਾਲਿਆਂ ਨਾਲ ਟੁੱਟਣ ਦਾ ਦੂਜਾ ਸਬੂਤ ਇਹਨਾਂ ਨੇ ਸਿਰਸੇ ਵਾਲੇ ਡੇਰੇ ਕਦੇ ਵੀ ਸਾਵਣ ਸਿੰਘ ਦੀ ਵਰਸੀ ਜਾਂ ਜਨਮ ਦਿਨ ਨਹੀਂ ਮਨਾਇਆ। ਸੋ ਕਹਿਣ ਦਾ ਭਾਵ ਇਹਨਾਂ ਦਾ ਵੱਡਾ ਗੁਰੂ ਮਸਤਾਨਾ ਆਪਣੇ ਗੁਰੂ ਤੋਂ ਹੀ ਭਗੌੜਾ ਹੈ। ਸਾਵਣ ਸਿੰਘ ਨੇ ਮਸਤਾਨੇ ਨੂੰ ਕੋਈ ਗੱਦੀ ਨਹੀਂ ਦਿੱਤੀ। ਸਾਹ ਮਸਤਾਨਾ ਤੋਂ ਬਾਅਦ ਸਿਰਸੇ ਡੇਰੇ ਦੀ ਗੱਦੀ 'ਤੇ ਸਤਨਾਮ ਸਿੰਘ ਬੈਠਾ। ਸਤਨਾਮ ਸਿੰਘ ਤੋਂ ਗੱਦੀ ਗੁਰਜੰਟ ਸਿੰਘ ਰਾਜਸਥਾਨੀ ਦਾ ਨਾਂ ਵਰਤ ਕੇ ਪਿਸਤੌਲ ਦੀ ਨੋਕ 'ਤੇ ਗੁਰਮੀਤ ਸਿਉਣੇ ਲਈ। ਭਾਰਤੀ ਪੱਤਰਕਾਰੀ ਦੇ ਇਤਿਹਾਸ ਵਿੱਚ ਕਈ ਧਮਾਕੇ ਕਰਨ ਲਈ ਮਸ਼ਹੂਰ ਤਹਿਲਕਾ ਨੇ ਇਹ ਭੇਦ ਖੋਲ੍ਹਿਆ। ਇਹ ਵੀ ਦੱਸਣਯੋਗ ਹੈ ਕਿ ਤਹਿਲਕਾ ਦੀ ਇਸ ਰਿਪੋਰਟ ਤੋਂ ਪਹਿਲਾਂ ਦਿੱਲੀ ਦੇ ਸੀਨੀਅਰ ਅਕਾਲੀ ਨੇਤਾ ਅਵਤਾਰ ਸਿੰਘ ਹਿੱਤਵੀ TV ਉੱਪਰ ਪ੍ਰਸਾਰਿਤ ਬਹਿਸ ਦੌਰਾਨ ਗੁਰਜੰਟ ਸਿੰਘ ਰਾਜਸਥਾਨੀ ਨਾਲ ਇਸ ਦੇ ਸਬੰਧਾਂ ਦੀ ਪੁਸ਼ਟੀ ਕਰ ਚੁੱਕੇ ਹਨ। ਪ੍ਰਤਾਪ ਸਿੰਘ ਚੌਟਾਲਾ ਵੀ ਕਹਿ ਚੁੱਕੇ ਹਨ ਕਿ ਮੌਜੂਦਾ ਡੇਰਾ ਮੁਖੀ ਗੁਰਜੰਟ ਸਿੰਘ ਰਾਜਸਥਾਨੀ ਦੀ ਸਹਾਇਤਾ ਨਾਲ ਡੇਰੇ ਦੇ ਪਹਿਲੇ ਮੁਖੀ ਸਤਨਾਮ ਸਿੰਘ ਦੇ ਕੰਨ 'ਤੇ ਪਿਸਤੌਲ ਰੱਖ ਕੇ ਡੇਰੇ ਦਾ ਮੁਖੀ ਬਣਿਆ ਸੀ। ਉਹਨਾਂ ਇਹ ਵੀ ਕਿਹਾ ਕਿ ਡੇਰੇ ਦੀ ਤਲਾਸ਼ੀ ਲਈ ਜਾਵੇ ਤਾਂ ਭਾਰੀ ਮਾਤਰਾ ਵਿੱਚ ਅਸਲਾ ਬਰਾਮਦ ਹੋ ਸਕਦਾ ਹੈ। ਡੇਰੇ ਵਿੱਚ ਵੱਡੀ ਗਿਣਤੀ ਵਿੱਚ ਅਪਰਾਧੀ ਲੋਕ ਪਨਾਹ ਲਈ ਬੈਠੇ ਹਨ। ਸੌਦਾ ਸਾਧ ਦੇ ਸਾਬਕਾ ਡਰਾਈਵਰ ਖੱਟਾ ਸਿੰਘ ਨੇ ਵੀ ਦੱਸਿਆ ਕਿ ਸਾਹ ਸਤਨਾਮ ਤੋਂ ਗੱਦੀ ਹਥਿਆਉਣ ਦਾ ਇਹ ਰਾਜ ਡੇਰੇ ਦੇ ਮੈਨੇਜਰ ਫਕੀਰ ਚੰਦ ਨੂੰ ਪਤਾ ਸੀ। ਇਸ ਕਰਕੇ ਉਸ ਨੂੰ ਮਾਰ ਦਿੱਤਾ ਗਿਆ, ਜਿਸ ਦੀ ਰਾਮ ਕੁਮਾਰ ਬਿਸ਼ਨੋਈ ਨੇ CBI ਜਾਂਚ ਮੰਗੀ ਹੈ। ਡੇਰੇ ਦੇ ਇੱਕ ਹੋਰ ਸਾਬਕਾ ਡਰਾਈਵਰ ਗੋਬਿੰਦ ਸਿੰਘ ਨੇ ਕਿਹਾ, ਡੇਰੇ ਦੇ ਮੈਨੇਜਰ ਫਕੀਰ ਚੰਦ ਨੂੰ ਕਤਲ ਕਰਨ ਦਾ ਹੁਕਮ ਸੌਦਾ ਸਾਧ ਨੇ ਮੇਰੇ ਸਾਹਮਣੇ ਦਿੱਤਾ ਸੀ। ਇਹ ਹੈ ਇਹਨਾਂ ਦੀ ਚੱਲ ਰਹੀ ਗੁਰਗੱਦੀ ਦੀ ਅਸਲੀਅਤ। ਅੱਜ ਇਹ ਸਾਂਝਾ ਨਾਮ ਰਾਮ ਰਹੀਮ ਸਿੰਘ ਅਤੇ ਸਾਰੇ ਧਰਮਾਂ ਦੇ ਚਿੰਨ੍ਹ ਲਿਖ ਕੇ ਹੀ ਸਭ ਦਾ ਸਾਂਝਾ ਅਖਵਾਉਂਦਾ ਹੈ, ਪਰ ਜਦੋਂ ਦਿੱਲੀ ਵਿੱਚ ਸਿੱਖਾਂ ਨਾਲ, ਗੁਜਰਾਤ ਵਿੱਚ ਮੁਸਲਮਾਨਾਂ ਨਾਲ ਤੇ ਉੜੀਸਾ ਵਿੱਚ ਈਸਾਈਆਂ ਨਾਲ ਧੱਕਾ ਹੋਇਆ,
ਉਦੋਂ ਇਹ ਸਾਂਝਾ ਖਵਾਉਣ ਵਾਲਾ ਕਿਉਂ ਨਾ ਬੋਲਿਆ? ਜਦੋਂ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬਾਬਰ ਨੂੰ ਜਾਬਰ ਕਿਹਾ, ਮਨੁੱਖਤਾ ਦਾ ਖੂਨ ਪੀਣੇ ਹਾਕਮਾਂ ਨੂੰ ਰਾਜੇ ਸ਼ੀਂਹ ਮੁਕੱਦਮ ਕੁੱਤੇ ਕਿਹਾ। ਭਾ ਮਨੁੱਖਤਾ ਦਾ ਖੂਨ ਪੀਣ ਵਾਲੇ ਰਾਜੇ ਨਹੀਂ, ਬਘਿਆੜ ਹਨ। ਇਹਨਾਂ ਦੇ ਅਹਿਲਕਾਰ ਮਨੁੱਖ ਨਹੀਂ, ਕੁੱਤੇ ਹਨ। ਪਰ ਕੀ ਇਹ ਗੁਰੂ ਅਖਵਾਉਣ ਵਾਲਾ ਅੱਜ ਦੇ ਹਾਕਮਾਂ ਨੂੰ ਜਾਬਰ ਕਹਿਣ ਦੀ ਜੁਰਤ ਰੱਖਦਾ ਹੈ? ਬਿਲਕੁਲ ਨਹੀਂ। ਛੇਵੇਂ ਪਾਤਸ਼ਾਹ ਨੇ 52 ਪਹਾੜੀ ਹਿੰਦੂ ਰਾਜੇ ਗਵਾਲੀਅਰ ਦੀ ਕੈਦ ਵਿੱਚੋਂ ਛੁਡਾਏ। 9ਵੇਂ ਪਾਤਸ਼ਾਹ ਨੇ ਜਬਰ ਜ਼ੁਲਮ ਧੱਕੇ ਖਿਲਾਫ ਮਨੁੱਖੀ ਵਿਚਾਰਾਂ ਦੀ ਸੁਤੰਤਰਤਾ ਵਾਸਤੇ ਸ਼ਹੀਦੀ ਦਿੱਤੀ। 10ਵੇਂ ਪਾਤਸ਼ਾਹ ਨੇ ਸਰਬੰਸ ਵਾਰ ਕੇ ਜ਼ਾਲਮ ਹਕੂਮਤ ਦੀ ਜੜ ਪੁੱਟੀ। ਸਾਂਝੀ ਵਾਲਤਾ ਦਾ ਭਾਵ ਹੈ ਵਿਚਾਰ ਧਾਰਕ ਮਤਭੇਦ ਹੋਣ ਦੇ ਬਾਵਜੂਦ ਕਿਸੇ ਨਾਲ ਵੈਰ ਨਹੀਂ ਕਰਨਾ। ਸਾਂਝੀ ਵਾਲਤਾ ਸਾਂਝੇ ਨਾਵਾਂ ਤੇ ਚਿੰਨ੍ਹਾਂ ਵਿੱਚ ਨਹੀਂ ਹੁੰਦੀ, ਸਾਂਝੀ ਵਾਲਤਾ ਕਰਨੀ ਵਿੱਚ ਹੁੰਦੀ ਹੈ। ਸੋ ਇਹਨਾਂ ਦੀ ਸਾਂਝੀ ਵਾਲਤਾ ਵੀ ਨਕਲੀ ਹੈ। ਇਹ ਦਾਅਵਾ ਕਰਦੇ ਹਨ, ਅਸੀਂ ਗੋਲਕਾਂ ਨਹੀਂ ਲਾਈਆਂ, ਕਿਸੇ ਤੋਂ ਕੁਝ ਨਹੀਂ ਲੈਂਦੇ। ਪਰ ਸੋਚੋ, ਇਹ ਦਿੰਦੇ ਵੀ ਕੀ ਹਨ? ਚਾਹ ਪ੍ਰਸ਼ਾਦਾ ਟੋਕਣਾ 'ਤੇ ਮਿਲਦਾ ਹੈ। ਪੱਕੀਆਂ ਮੂਲੀਆਂ, ਆਲੂ, ਪਾਲਕ ਪ੍ਰਸ਼ਾਦ ਕਹਿ ਕੇ ਬਹੁਤ ਮਹਿੰਗੇ ਮੁੱਲ 'ਤੇ ਵੇਚਦੇ ਹਨ। ਜਾਣ ਵਾਲੇ ਜੇਬਾਂ ਖਾਲੀ ਕਰਾਉਂਦੇ ਹਨ। ਮਜਲਸ ਦੇ ਨਾਂ 'ਤੇ ਮੋਟੀ ਫੀਸ ਦੀਆਂ ਪਰਚੀਆਂ ਕੱਟਦੇ ਹਨ। ਇਹ ਪਰਚੀ ਕਟਵਾ ਕੇ ਹੀ ਕੋਈ ਇਸ ਮਜਲਸ ਵਿੱਚ ਜਾ ਸਕਦਾ ਹੈ। ਇਸ ਦੇ ਚੇਲੇ ਇਸ ਨੂੰ ਪਿਤਾ ਜੀ ਕਹਿੰਦੇ ਹਨ। ਪਰ ਕੀ ਇਹ ਆਪਣੇ ਚੇਲਿਆਂ ਨੂੰ ਪੁੱਤ ਸਮਝਦਾ ਹੈ? ਨਹੀਂ, ਕਿਉਂਕਿ ਪਿਤਾ ਦੇ ਘਰ ਸਾਰੇ ਪੁੱਤ ਬਰਾਬਰ ਹੁੰਦੇ ਹਨ। ਪਰ ਇਸ ਅਖੌਤੀ ਪਿਤਾ ਦੇ ਡੇਰੇ ਵਿੱਚ ਅਮੀਰ ਲੋਕ ਟੋਕਣ ਲੈ ਕੇ ਸ਼ਾਹੀ ਕੰਟੀਨ ਵਿੱਚੋਂ ਸ਼ਾਹੀ ਖਾਣੇ ਖਾਂਦੇ ਹਨ। ਜਿਨ੍ਹਾਂ ਗਰੀਬਾਂ ਕੋਲ ਰੁਪਈਏ ਨਹੀਂ, ਉਹ ਖਾਂਦਿਆਂ ਨੂੰ ਵੇਖੀ ਜਾਂਦੇ ਹਨ। ਇਹ ਤਾਂ ਉਹ ਗੱਲ ਹੋਈ, ਝੂਠਾ ਲਾਡ ਮਤਰੇਈ ਦਾ, ਮੂੰਹ ਚੁੰਮੇ ਟੁਕਣਾ ਦੇਈਂਦਾ। ਦੂਜੇ ਪਾਸੇ ਧੰਨ ਪਿਤਾ ਗੁਰੂ ਗੋਬਿੰਦ ਸਿੰਘ ਜੀ ਹਨ, ਜਿਨ੍ਹਾਂ ਨੇ ਆਪਣੇ ਸਿੱਖਾਂ ਤੋਂ ਪੁੱਤ ਵਾਰ ਦਿੱਤੇ। ਦੁਨੀਆ ਵਾਰ ਦੀਏ ਨੋਟ ਪੁੱਤਰਾਂ ਤੋਂ, ਬਾਜਾਂ ਵਾਲੇ ਨੇ ਸਿੱਖਾਂ ਤੋਂ ਪੁੱਤ ਵਾਰੇ। ਸਿੱਖਾਂ ਐਸੇ ਪਿਤਾ ਨੂੰ ਛੱਡ ਕੇ ਤੂੰ ਕੱਚੇ ਪਿੱਲੇ ਜੇ ਗੁਰੂ ਬਣਾ ਲੇ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ, ਮੋਹ ਗ੍ਰਹਿ ਮੈਂ ਮਨ ਤੇ ਤਨ ਤੇ ਸਿਰ ਲਓ ਧਨ ਹੈ ਸਭ ਹੀ ਇਨਕੋ। ਪਰ ਇਸ ਅਖੌਤੀ ਪਿਤਾ ਦੇ ਘਰ ਆਪਣੇ ਚੇਲਿਆਂ ਲਈ ਕੁਝ ਨਹੀਂ, ਟੁੱਕ ਵੀ ਟੋਕਣਾ 'ਤੇ ਮਿਲਦਾ ਹੈ। ਫਿਰ ਇਹਨਾਂ ਕੋਲ ਗੁਰਬਾਣੀ ਕੋਈ ਨਹੀਂ। ਲੱਚਰ ਗੀਤਾਂ ਦੀਆਂ ਤਰਜ਼ਾਂ 'ਤੇ ਕੁਝ ਸ਼ਬਦ ਇਹਨਾਂ ਦੇ ਚੇਲਿਆਂ ਨੇ ਜੋੜੇ ਹਨ ਅਤੇ ਨਾਮ ਇਹਨਾਂ ਨੇ ਆਪਣਾ ਪਾ ਲਿਆ। ਜਿਸ ਕਿਤਾਬ ਵਿੱਚ ਤਰਜ਼ਾਂ ਦੇ ਨਾਂ 'ਤੇ ਲੱਚਰ ਲਾਈਨਾਂ ਲਿਖੀਆਂ ਹੋਣ, ਕੀ ਉਹ ਨਰੋਲ ਧਾਰਮਿਕ ਕਿਤਾਬ ਹੋ ਸਕਦੀ ਹੈ? ਜਿਵੇਂ ਮੇਰੀ ਡਿੱਗ ਪਈ ਚਰੀ ਦੇ ਵਿੱਚ ਗਾਨੀ ਚੁੱਕ ਲਿਆ ਮੋਰ ਬਣ ਕੇ, ਕੀ ਇਹ ਗੰਦੀ ਲਾਈਨ ਧਰਮ ਦੀ ਸਿੱਖਿਆ ਹੈ? ਉਸ ਤੋਂ ਬਾਅਦ ਸ਼ੁਰੂ ਹੁੰਦਾ ਹੈ ਤੇਰੀ 4 ਦਿਨਾਂ ਦੀ ਜ਼ਿੰਦਗਾਨੀ। ਗੋਰੇ ਮੁੱਖ ਤੇ ਦੁਪੱਟਾ ਕਿਹੜਾ ਸਾਜਦਾ ਤਰਜ ਲਿਖੀ ਹੈ। ਫਿਰ ਉਸ ਤੋਂ ਬਾਅਦ ਸ਼ੁਰੂ ਹੁੰਦਾ ਸਿਰ ਤੇ ਕਾਲ ਦਾ ਗੁਲੇਲਾ ਪਿਆ ਵੱਜਦਾ। ਇਹ ਤਾਂ ਸਿਰਫ ਨਮੂਨਾ ਦੱਸਿਆ ਹੈ। ਬਹੁਤ ਗੰਦੀਆਂ ਗੰਦੀਆਂ ਲਾਈਨਾਂ ਤਰਜ ਦੇ ਨਾਂ 'ਤੇ ਲਿਖੀਆਂ ਹਨ। ਜਿਸ ਕਿਤਾਬ ਵਿੱਚ ਗੰਦੀਆਂ ਲਾਈਨਾਂ ਲਿਖੀਆਂ ਹੋਣ, ਉਹ ਕਿਤਾਬ ਨਰੋਲ ਧਾਰਮਿਕ ਨਹੀਂ ਕਹੀ ਜਾ ਸਕਦੀ। ਇਹ ਨਸ਼ਿਆਂ ਪ੍ਰਤੀ ਵੀ ਦੋਗਲੀ ਨੀਤੀ ਵਰਤਦੇ ਹਨ। ਕਹਿੰਦੇ ਡੇਰੇ ਵਿੱਚ ਤੰਬਾਕੂ ਨਹੀਂ ਵਰਤਣਾ, ਜਿਸ ਦਾ ਸਿੱਧਾ ਭਾਵ ਇਹ ਹੈ ਕਿ ਬਾਹਰ ਭਾਵੇਂ ਵਰਤੋ। ਇਹ ਕਿਉਂ ਨਹੀਂ ਕਹਿੰਦੇ ਤੰਬਾਕੂ ਨਹੀਂ ਵਰਤਣਾ? ਕਿਉਂਕਿ ਇਹਨਾਂ ਨੂੰ ਡਰ ਹੈ ਕਿ ਜੇ ਤੰਬਾਕੂ 'ਤੇ ਪੱਕੀ ਪਾਬੰਦੀ ਲਾ ਦਿੱਤੀ ਤਾਂ ਇਕੱਠ ਘਟ ਜਾਵੇਗਾ। ਕਿਉਂਕਿ ਬਹੁ ਗਿਣਤੀ ਤੰਬਾਕੂ ਪੀਣ ਵਾਲਿਆਂ ਦੀ ਆਉਂਦੀ ਹੈ ਅਤੇ ਆਪਣੇ ਪਿਛਲੱਗਾਂ ਦੀ ਗਿਣਤੀ ਵਧਾਉਣਾ ਹੀ ਇਹਨਾਂ ਦਾ ਧਰਮ ਹੈ। ਜੇ ਆਪਣੇ ਚੇਲਿਆਂ ਨੂੰ ਕੈਂਸਰ, ਦਮਾ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਬਚਾਉਣਾ ਚਾਹੁੰਦੇ ਹਨ ਤਾਂ ਤੰਬਾਕੂ 'ਤੇ ਪੱਕੀ ਪਾਬੰਦੀ ਲਾਉਣ। ਭਾਵ ਕਿ ਇਹ ਕਹਿਣ ਕਿ ਤੰਬਾਕੂ ਪੀਣ ਵਾਲਾ ਸਾਡਾ ਚੇਲਾ ਨਹੀਂ। ਇਹ ਗੁਰਬਾਣੀ ਦੀ ਪੰਕਤੀ ਸੰਤ ਸਾਜਨ ਭਏ ਸਰਸੇ ਦਾ,
ਗਲਤ ਅਰਥ ਕਰਕੇ ਭੋਲੇ ਭਾਲੇ ਸਿੱਖਾਂ ਨੂੰ ਮਗਰ ਲਾਉਂਦੇ ਹਨ, ਜਦ ਕਿ ਸਰਸੇ ਦਾ ਭਾਵ ਰਸ ਸਾਹਿਤ, ਵਿਕਾਸ ਅਤੇ ਖੇੜਾ ਹੈ, ਸ਼ਹਿਰ ਨਹੀਂ। ਅਤੇ ਨਾ ਹੀ ਸਰਸਾ ਸ਼ਹਿਰ ਹੈ, ਸ਼ਹਿਰ ਦਾ ਨਾਂ ਸਿਰਸਾ ਹੈ। ਜੇ ਸੱਚੇ ਹਨ ਤਾਂ CBI ਜਾਂਚ ਨੂੰ ਸਹਿਯੋਗ ਕਿਉਂ ਨਹੀਂ ਦਿੰਦੇ? ਵੱਡੇ ਵੱਡੇ ਰੋਸ ਮੁਜ਼ਾਹਰੇ ਕਰਕੇ ਜਾਂਚ ਬੰਦ ਕਰਨ ਦੀ ਮੰਗ ਕੀਤੀ ਅਤੇ ਪਿਛਲੀਆਂ ਚੋਣਾਂ ਵਿੱਚ ਇੱਕ ਪਾਰਟੀ ਨੂੰ ਵੋਟ ਦਾ ਐਲਾਨ ਕਰਕੇ CBI ਜਾਂਚ ਤੇ ਰਾਜਨੀਤਿਕ ਦਬਾਅ ਪਾਇਆ ਤੇ DSP ਬਦਲਾਇਆ। 10ਵੇਂ ਪਾਤਸ਼ਾਹ ਦੀ ਨਕਲ ਕਰਕੇ ਅੰਮ੍ਰਿਤ ਸੰਸਕਾਰ ਦਾ ਮਾਹੌਲ ਉਡਾ ਕੇ ਸਮਾਜ ਵਿੱਚ ਭਰਾ ਮਾਰੂ ਲੜਾਈਆਂ ਕਰਵਾਈਆਂ, ਸਮਾਜ ਦੀ ਸ਼ਾਂਤੀ ਨੂੰ ਭੰਗ ਕੀਤਾ। ਇਹ ਕਹਿੰਦੇ ਹਨ ਕਿ ਸਿੱਖ ਐਵੇਂ ਰੌਲਾ ਪਾਉਂਦੇ ਹਨ। ਇਹ ਤਾਂ ਉਹ ਗੱਲ ਹੋਈ ਜਿਵੇਂ ਕੋਈ ਗੁੰਡਾ ਕਿਸੇ ਲੜਕੀ ਨਾਲ ਛੇੜਖਾਨੀ ਕਰੇ, ਲੜਕੇ ਦੇ ਰੌਲਾ ਪਾਉਣ 'ਤੇ ਕਹਿਣ ਲੱਗ ਪਵੇ ਇਹ ਤਾਂ ਐਵੇਂ ਰੌਲਾ ਪਾ ਕੇ ਮਾਹੌਲ ਖਰਾਬ ਕਰਦੀ ਹੈ। ਉਹ ਗੱਲ ਇਹਨਾਂ ਦੀ ਹੈ। 10ਵੇਂ ਪਾਤਸ਼ਾਹ ਜੀ ਨਕਲ ਕਰਨ ਵਾਲਾ ਕੀ ਭੰਡ ਨਹੀਂ ਬਣ ਗਿਆ? ਕਿਉਂਕਿ ਨਕਲ ਕਰਨਾ ਭੰਡਾਂ ਦਾ ਕੰਮ ਹੁੰਦਾ ਹੈ, ਧਰਮੀ ਪੁਰਸ਼ਾਂ ਦਾ ਨਹੀਂ। ਪਿੱਛੇ ਜਿਹੇ ਇਸ ਦੇ ਚੇਲਿਆਂ ਨੇ ਪੰਜਾਬ ਵਿੱਚ ਬੱਸਾਂ ਫੂਕ ਕੇ ਅਤੇ ਹੋਰ ਸਰਕਾਰੀ ਸੰਪਤੀ ਦੀ ਭੰਨ ਤੋੜ ਕਰਕੇ ਪੰਜਾਬ ਦੀ ਸ਼ਾਂਤੀ ਨੂੰ ਭੰਗ ਕੀਤਾ। ਕੀ ਇਹ ਗ੍ਰੀਨ ਐਸ ਵੈਲਫੇਅਰ ਫੋਰਸ ਦਾ ਕੰਮ ਸੀ ਬੱਸਾਂ ਨੂੰ ਫੂਕਣਾ? ਕੁਝ ਸਮਾਂ ਪਹਿਲਾਂ ਇਹਨਾਂ ਦੇ 34 ਚੇਲਿਆਂ ਨੂੰ ਬੱਸਾਂ ਫੂਕਣ, ਭੰਨ ਤੋੜ ਕਰਨ ਦੇ ਜੁਰਮ ਤਹਿਤ 3-3 ਸਾਲ ਦੀ ਸਜ਼ਾ ਤੇ ਜੁਰਮਾਨਾ ਵੀ ਹੋਇਆ ਹੈ। ਪਰ ਅਸੀਂ ਵੀ ਆਪਣੇ ਅੰਦਰ ਝਾਤੀ ਮਾਰੀਏ। ਜੇ ਕਿਸਾਨ ਸਮੇਂ ਸਿਰ ਖੇਤੀ ਨਾ ਸੰਭਾਲੇ ਤਾਂ ਨਦੀਨ ਫਸਲ 'ਤੇ ਹਾਵੀ ਹੋ ਜਾਂਦੇ ਹਨ। ਇਹ ਕੱਚੇ ਗੁਰੂ ਸਿੱਖੀ ਰੂਪੀ ਖੇਤੀ ਵਿੱਚ ਪੈਦਾ ਹੋਏ ਨਦੀਨ ਹਨ। ਗੁਰਬਾਣੀ ਦੇ ਗਿਆਨ ਦੀ ਸਪਰੇਅ ਕਰਦੇ ਰਹੀਏ ਤਾਂ ਇਹ ਨਦੀਨ ਖਤਮ ਹੋ ਸਕਦੇ ਹਨ। ਕਿ ਸਾਡੇ ਆਗੂ ਆਪਣੇ ਅੰਦਰ ਝਾਤੀ ਮਾਰਨਗੇ ਕਿ ਵੋਟਾਂ ਖਾਤਰ ਇਹਨਾਂ ਕੱਚੇ ਗੁਰੂ ਨੂੰ ਅਸੀਂ ਤਾਕਤ ਨਹੀਂ ਦਿੱਤੀ? ਗੁਰਬਾਣੀ ਦਾ ਫਰਮਾਨ ਹੈ, ਫਰੀਦਾ ਲੋੜੈ ਦਾਖ ਵਿਜੌਰੀਆਂ, ਕਿੱਕਰ ਬੀਜੈ ਜੱਟ। ਕਿੱਕਰਾਂ ਬੀਜ ਕੇ ਦਾਖਾਂ ਕਿੱਥੋਂ ਭਾਲਦੇ ਹਾਂ? ਇਹਨਾਂ ਕੱਚੇ ਗੁਰੂਆਂ ਨੂੰ ਤਾਕਤਾਂ ਦੇ ਕੇ ਪਛਤਾਉਣਾ ਪਵੇਗਾ। ਪਰ ਸਾਡੇ ਲੀਡਰ ਤਾਂ ਅਕਾਲ ਤਖਤ ਸਾਹਿਬ ਤੋਂ ਇਸ ਦੇ ਖਿਲਾਫ ਹੁਕਮਨਾਮਾ ਜਾਰੀ ਹੋਣ ਤੋਂ ਬਾਅਦ ਵੀ ਇਸ ਦੇ ਡੇਰੇ ਜਾਂਦੇ ਹਨ। ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਇਸ ਤਰ੍ਹਾਂ ਹੈ, ਸਮੂਹ ਸਿੱਖ ਸੰਗਤਾਂ ਨੂੰ ਆਦੇਸ਼ ਦਿੱਤਾ ਜਾਂਦਾ ਹੈ ਕਿ ਉਹ ਇਸ ਦੰਭੀ, ਪਖੰਡੀ ਅਤੇ ਪੰਥਦੋਖੀ ਗੁਰਮੀਤ ਰਾਮ ਰਹੀਮ ਸਿੰਘ ਅਤੇ ਉਸ ਨਾਲ ਸੰਬੰਧਿਤ ਕਿਸੇ ਵੀ ਵਿਅਕਤੀ ਨਾਲ ਕਿਸੇ ਕਿਸਮ ਦਾ ਧਾਰਮਿਕ, ਰਾਜਨੀਤਿਕ, ਸਮਾਜਿਕ, ਭਾਈਚਾਰਕ ਅਤੇ ਰਾਜਸੀ ਸੰਬੰਧ ਨਾ ਰੱਖਣ। ਇਹ ਹੁਕਮਨਾਮਾ 17 ਮਈ 2007 ਨੂੰ ਜਾਰੀ ਕੀਤਾ ਗਿਆ। ਆਓ ਹੁਣ ਗੁਰਮੀਤ ਰਾਮ ਰਹੀਮ ਵੱਲੋਂ ਕੀਤੇ ਕੁਕਰਮਾਂ ਦੀ ਵਿਚਾਰ ਕਰੀਏ। ਰਾਮਚੰਦਰ ਛਤਰਪਤੀ ਨੇ ਆਪਣੇ ਅਖਬਾਰ ਵਿੱਚ ਡੇਰੇ ਵਿੱਚ ਹੁੰਦੇ ਗਲਤ ਕੰਮਾਂ ਬਾਰੇ ਸੱਚੋ ਸੱਚ ਲਿਖਣਾ ਸ਼ੁਰੂ ਕੀਤਾ ਤਾਂ ਇਸ ਨੇ ਆਪਣੇ ਚੇਲੇ ਭੇਜ ਕੇ ਛਤਰਪਤੀ ਦਾ ਕਤਲ ਕਰਵਾ ਦਿੱਤਾ, ਜੋ ਮੌਕੇ 'ਤੇ ਫੜੇ ਗਏ ਹੁਣ ਜੇਲ੍ਹ ਵਿੱਚ ਹਨ। ਜੇ ਸੱਚੇ ਹਨ ਤਾਂ ਰਾਮਚੰਦਰ ਛਤਰਪਤੀ ਦੁਆਰਾ ਲਿਖੇ ਸੱਚ ਦਾ ਜਵਾਬ ਦਿੰਦੇ। ਜੇ ਉਸਨੇ ਗਲਤ ਲਿਖਿਆ ਸੀ ਤਾਂ ਕਾਨੂੰਨੀ ਕਾਰਵਾਈ ਕਰਦੇ। ਪਰ ਸੱਚ ਦੀ ਆਵਾਜ਼ ਨੂੰ ਬੰਦ ਕਰਨ ਵਾਸਤੇ ਉਸ ਦਾ ਕਤਲ ਕਰ ਦਿੱਤਾ। ਰਣਜੀਤ ਸਿੰਘ ਖਾਨਪੁਰ ਕੋਹਲੀਆਂ, ਜੋ ਕਿ ਕਾਫੀ ਸਮੇਂ ਤੋਂ ਡੇਰੇ ਵਿੱਚ ਰਹਿੰਦਾ ਸੀ, ਜਦੋਂ ਉਸਨੇ ਡੇਰੇ ਵਿੱਚ ਹੁੰਦੇ ਕੁਕਰਮਾਂ ਨੂੰ ਦੇਖਿਆ ਤਾਂ ਡੇਰਾ ਛੱਡ ਦਿੱਤਾ। ਗੁਰਮੀਤ ਰਾਮ ਰਹੀਮ ਨੂੰ ਆਪਣੇ ਚੇਲੇ ਭੇਜ ਕੇ ਇਸ ਦਾ ਕਤਲ ਕਰਵਾ ਦਿੱਤਾ ਤਾਂ ਕਿ ਰਣਜੀਤ ਸਿੰਘ ਕਿਤੇ ਡੇਰੇ ਦੇ ਭੇਦ ਨਾ ਖੋਲ੍ਹ ਦੇਵੇ। ਦੂਸਰਾ, ਇਹਨਾਂ ਨੂੰ ਸ਼ੱਕ ਸੀ ਕਿ ਗੁੰਮਨਾਮ ਚਿੱਠੀ ਲਿਖਵਾਉਣ ਵਿੱਚ ਇਸ ਦਾ ਹੱਥ ਹੈ। ਡੇਰੇ ਵਿੱਚ ਰਹਿੰਦਿਆਂ ਨੂੰ ਨਪੁੰਸਕ ਵੀ ਬਣਾਇਆ ਜਾਂਦਾ ਹੈ। ਜਿਹੜੇ ਸਾਧੂ ਰਹਿੰਦੇ ਨੇ ਡੇਰੇ ਵਿੱਚ, ਸਾਧੂ, ਇਹਨਾਂ ਨੂੰ ਨਪੁੰਸਕ ਵੀ ਬਣਾਇਆ ਜਾਂਦਾ ਹੈ।
250 ਬੰਦਿਆਂ ਨੂੰ ਨਪੁੰਸਕ ਬਣਾਉਣ ਦੀਆਂ ਖਬਰਾਂ ਪ੍ਰੈਸ ਵਿੱਚ ਆ ਚੁੱਕੀਆਂ ਹਨ। ਖੱਟਾ ਸਿੰਘ ਨੇ ਦੱਸਿਆ ਕਿ ਮਲੋਟ ਦਾ ਇੱਕ ਰਾਜੂ ਨਾਮੀ ਲੜਕਾ ਅਤੇ ਦੂਸਰਾ ਰਾਜੂ ਬਰਨਾਲੇ ਦੇ ਐਸੇ ਅਭਾਗੇ ਨੌਜਵਾਨ ਹਨ ਜਿਨ੍ਹਾਂ ਨੂੰ ਨਪੁੰਸਕ ਕਰਕੇ ਉਹਨਾਂ ਦਾ ਖਾਨਦਾਨ ਹੀ ਤਬਾਹ ਕਰ ਦਿੱਤਾ ਗਿਆ। ਖੱਟਾ ਸਿੰਘ ਨੇ ਦੱਸਿਆ ਕਿ ਬਰਨਾਲੇ ਵਾਲੇ ਰਾਜੂ ਹੋਰੀ 2 ਭਰਾ ਸਨ, ਜਿਨ੍ਹਾਂ ਵਿੱਚੋਂ ਇੱਕ ਯੂਪੀ ਵਿੱਚ ਬਰਨਾਮਾ ਡੇਰੇ ਦੀ ਛੱਤ ਪਾਉਂਦਿਆਂ 20-25 ਹੋਰ ਸੇਵਾਦਾਰਾਂ ਨਾਲ ਲੈਟਰ ਡਿੱਗਣ ਕਾਰਨ ਮਰ ਗਿਆ ਸੀ। ਇਹ ਵੀ ਦੱਸਣਯੋਗ ਹੈ ਕਿ ਬਰਨਾਮਾ ਡੇਰੇ ਵਿੱਚ ਗਾਰੇ ਨਾਲ ਡਾਟਾਂ ਜੋੜ ਕੇ ਗੁਰਮੀਤ ਰਾਮ ਰਹੀਮ ਆਪਣੇ ਆਪ ਨੂੰ ਕੌਤਕੀ ਸਿੱਧ ਕਰਨ ਵਾਸਤੇ ਕਹਿੰਦਾ, ਡਾਟਾਂ ਹੁਣੇ ਹੀ ਖੋਲ੍ਹ ਦਿਓ। ਬਸ ਡਾਟਾਂ ਖੋਲ੍ਹਣ ਦੀ ਦੇਰ ਸੀ ਕਿ ਸੇਵਾਦਾਰ ਮਲਬੇ ਹੇਠਾਂ ਆ ਗਈ। ਇਸ ਘਟਨਾ ਨੂੰ ਬਾਹਰ ਨਹੀਂ ਨਿਕਲਣ ਦਿੱਤਾ ਗਿਆ। ਸੋ ਰਾਜੂ ਦਾ ਇੱਕ ਭਰਾ ਬਰਨਾਮਾ ਡੇਰੇ ਵਿੱਚ ਮਾਰਿਆ ਗਿਆ। ਰਾਜੂ ਨੂੰ ਇਹਨਾਂ ਨਪੁੰਸਕ ਕਰ ਦਿੱਤਾ। ਖੱਟਾ ਸਿੰਘ ਨੇ ਦੱਸਿਆ ਕਿ ਮਲੋਟ ਵਾਲਾ ਰਾਜੂ ਸ਼ਗਨ ਲਾਲ ਦਾ ਇਕਲੌਤਾ ਪੁੱਤ ਹੈ, ਪਰ ਹੁਣ ਪਤਾ ਨਹੀਂ ਕਿੱਥੇ ਹੈ। ਹੁਣੇ ਹੀ ਡੇਰੇ ਦੇ ਇੱਕ ਸਾਬਕਾ ਚੇਲੇ ਹਰਿਆਣਾ ਦੇ ਟੋਹਾਣਾ ਨਿਵਾਸੀ ਹੰਸਰਾਜ ਚੌਹਾਨ ਨੇ ਡੇਰਾ ਛੱਡਣ ਤੋਂ ਬਾਅਦ ਦੱਸਿਆ ਹੈ ਕਿ ਉਸ ਨੂੰ ਨਪੁੰਸਕ ਕੀਤਾ ਹੋਇਆ ਹੈ। ਉਸਨੇ ਦੱਸਿਆ ਕਿ ਉਹ 400 ਐਸੇ ਸਾਧੂਆਂ ਨੂੰ ਜਾਣਦਾ ਹੈ ਜਿਨ੍ਹਾਂ ਨੂੰ ਨਪੁੰਸਕ ਕੀਤਾ ਗਿਆ ਹੈ। ਉਸ ਦੀ ਅਪੀਲ 'ਤੇ ਅਦਾਲਤ ਵੱਲੋਂ ਉਸ ਦਾ ਮੈਡੀਕਲ PGI ਕਰਵਾਇਆ ਗਿਆ। ਮੈਡੀਕਲ ਰਿਪੋਰਟ ਵਿੱਚ ਇਹ ਆ ਚੁੱਕਿਆ ਹੈ ਕਿ ਹੰਸਰਾਜ ਚੌਹਾਨ ਨਪੁੰਸਕ ਹੈ। ਉਹਦੇ ਅੰਡਕੋਸ਼ ਕੱਢੇ ਹੋਏ ਹੈ। ਉਸਨੇ ਅਦਾਲਤ ਵਿੱਚ 166 ਬੰਦਿਆਂ ਦੀ ਸੂਚੀ ਵੀ ਦਿੱਤੀ ਹੈ ਜਿਨ੍ਹਾਂ ਨੂੰ ਨਪੁੰਸਕ ਬਣਾਇਆ ਗਿਆ ਹੈ। ਡੇਰੇ ਵਿੱਚ ਸਾਧਵੀਆਂ ਨਾਲ ਬਲਾਤਕਾਰ ਹੁੰਦੇ ਹਨ। ਸਾਧਵੀ ਸਰਜੀਵਨ, ਸਪਨਾ ਤੇ ਨੀਰਜ ਵੱਲੋਂ ਅਦਾਲਤ ਵਿੱਚ ਲਿਖਾਏ 164 ਦੇ ਬਿਆਨਾਂ ਵਿੱਚ ਇਹ ਕਿਹਾ ਗਿਆ ਹੈ ਕਿ ਉਹਨਾਂ ਨਾਲ ਬਲਾਤਕਾਰ ਹੋਇਆ ਹੈ। ਡੇਰੇ ਦੇ ਸਾਬਕਾ ਚੇਲੇ ਬੇਅੰਤ ਸਿੰਘ ਨੇ ਦੱਸਿਆ ਕਿ ਉਹ ਡੇਰਾ ਮੁਖੀ ਦੀ ਗੁਫਾ ਦੇ ਮੇਨ ਗੇਟ 'ਤੇ ਪਹਿਰੇਦਾਰ ਦੇ ਤੌਰ 'ਤੇ ਕੰਮ ਕਰਦਾ ਸੀ, ਤਾਂ ਡੇਰਾ ਮੁਖੀ ਦੀ ਗੁਫਾ ਵਿੱਚ ਉਹਨੇ ਕਾਫੀ ਕੁਝ ਗਲਤ ਹੁੰਦਾ ਦੇਖਿਆ ਜੋ ਕਿ ਇੱਥੇ ਬੋਲ ਕੇ ਦੱਸਣਯੋਗ ਨਹੀਂ। ਉਸਨੇ ਇੱਥੋਂ ਤੱਕ ਵੀ ਦੱਸਿਆ ਕਿ ਜਦੋਂ ਗੁਜਰਾਤ ਤੇ ਰਾਜਸਥਾਨ ਦੇ ਟੂਰ ਵੇਲੇ ਉਹ ਇਹਨਾਂ ਦੇ ਨਾਲ ਸੀ ਤਾਂ ਉੱਥੇ ਵੀ ਉਹਨਾਂ ਨੇ ਕਾਫੀ ਕੁਝ ਗਲਤ ਹੁੰਦਾ ਵੇਖਿਆ। ਡੇਰਾ ਛੱਡਣ ਵਾਲੀਆਂ 24 ਸਾਧਵੀਆਂ ਵਿੱਚੋਂ CBI ਨੇ 18 ਸਾਧਵੀਆਂ ਦਾ ਪਤਾ ਲਗਾ ਕੇ ਉਹਨਾਂ ਤੋਂ ਪੁੱਛਗਿੱਛ ਕੀਤੀ ਹੈ। ਉਹਨਾਂ 18 ਸਾਧਵੀਆਂ ਨੇ ਦੱਸਿਆ ਕਿ ਡੇਰਾ ਮੁਖੀ ਅਤੇ ਇਸ ਦੇ ਪੈਰੋਕਾਰ ਬਹੁਤ ਖਤਰਨਾਕ ਹਨ। ਜੇਕਰ ਉਹ ਸੱਚਾਈ ਦੱਸ ਦਿੰਦੀਆਂ ਹਨ ਤਾਂ ਉਹਨਾਂ ਦੀ ਜ਼ਿੰਦਗੀ ਨੂੰ ਇਹਨਾਂ ਤੋਂ ਖਤਰਾ ਪੈ ਜਾਂਦਾ ਹੈ। ਇਹਨਾਂ ਵਿੱਚੋਂ 2 ਨੇ ਬਲਾਤਕਾਰ ਦੇ ਦੋਸ਼ ਵੀ ਲਾਏ। ਘਰੌਂਡਾ ਹਰਿਆਣਾ ਦੇ ਰਹਿ ਚੁੱਕੇ MLA ਦਾ ਸੁਪੁੱਤਰ ਮਹਿੰਦਰਪਾਲ ਗੁਪਤਾ ਡੇਰੇ ਦਾ ਸ਼ਰਧਾਲੂ ਸੀ। ਉਸ ਅੰਨੀ ਸ਼ਰਧਾ ਤਹਿਤ ਆਪਣੀ ਸਾਰੀ ਪੇਂਡੂ ਤੇ ਸ਼ਹਿਰੀ ਜਾਇਦਾਦ ਵੇਚਣ ਤੋਂ ਇਲਾਵਾ ਰਿਟਾਇਰਮੈਂਟ ਤੋਂ ਬਾਅਦ ਮਿਲਣ ਵਾਲੇ ਪੈਸੇ ਸਮੇਤ ਡੇਰੇ ਨੂੰ ਸਮਰਪਿਤ ਹੋਇਆ ਸੀ। ਪਰ ਉਸ ਦਾ ਵਿਸ਼ਵਾਸ ਉਦੋਂ ਚਕਨਾਚੂਰ ਹੋ ਗਿਆ ਜਦੋਂ ਉਸ ਦੇ ਪੁੱਤਰ ਵਿਸ਼ਵਾਸ ਗੁਪਤਾ ਨੇ ਆਪਣੀ ਘਰਵਾਲੀ ਦੇ ਡੇਰਾ ਮੁਖੀ ਨਾਲ ਨਜਾਇਜ਼ ਸੰਬੰਧਾਂ ਦਾ ਪਤਾ ਲੱਗਿਆ। ਘਰਵਾਲੀ ਤਾਂ ਕੀ ਮਿਲਣੀ ਸੀ, ਇਹ ਪਰਿਵਾਰ ਜਾਨ ਬਚਾ ਕੇ ਡੇਰੇ ਵਿੱਚੋਂ ਭੱਜਿਆ। ਸਾਰੀ ਜਾਇਦਾਦ ਲੁਟਾ ਕੇ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹਨ ਜਿੱਥੇ ਇਹਨਾਂ ਨੂੰ ਧਮਕੀਆਂ ਮਿਲ ਰਹੀਆਂ ਹਨ। ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਪਰ ਲੰਮੀਆਂ ਤਰੀਕਾਂ ਤੋਂ ਸਿਵਾਏ ਕੁਝ ਨਹੀਂ ਪੱਲੇ ਪਿਆ। ਫਿਰ ਵਿਚਾਰ ਕਰੋ ਕਿ ਝੂਠ ਬੋਲਣ ਵਾਲਾ ਧਰਮੀ ਪੁਰਸ਼ ਹੋ ਸਕਦਾ ਹੈ? ਕਦੇ ਵੀ ਨਹੀਂ। ਇਸ ਸੌਦਾ ਸਾਧ ਨੇ 2000 ਦੀਆਂ ਚੋਣਾਂ ਤੋਂ ਬਾਅਦ ਹਾਈ ਕੋਰਟ ਵਿੱਚ ਰੱਖਿਆ ਬਿਆਨ ਦਿੱਤਾ ਕਿ ਉਸਨੇ ਚੋਣਾਂ ਵਿੱਚ ਕਿਸੇ ਪਾਰਟੀ ਦੀ ਮਦਦ ਨਹੀਂ ਕੀਤੀ। ਇਹ ਨਿਰੋਲ ਝੂਠਾ ਹੈ। ਇੱਕ ਪਾਰਟੀ ਨੂੰ ਵੋਟਾਂ ਪਾਉਣ ਦੇ ਖਿਲਾਰੀ ਸਬੂਤ ਮੌਜੂਦ ਹਨ। ਜਦੋਂ ਬਠਿੰਡਾ ਵਿਖੇ ਸਿੱਖਾਂ ਦੀਆਂ ਭਾਵਨਾਵਾਂ ਘਟਾਉਣ ਦੇ ਸੰਬੰਧ ਵਿੱਚ 295 ਇਹਦਾ ਪਰਚਾ ਦਰਜ ਹੋਇਆ ਤਾਂ ਪੁਲਿਸ ਇਸ ਦੇ ਡੇਰੇ ਪੁੱਛਗਿੱਛ ਕਰ ਲਈ। ਜਦੋਂ ਪਛਾਣ ਬਾਰੇ ਪੁੱਛਿਆ
इसने झूठ बोलिया। पोशाक संगत लेके आई सी, संगत ही लै गई। ये संगत गुरु भेंट की कदे मुड़ के लगी है। इस दे साबका चेले बेअंत सिंह ने दस्सिया कि पोशाक किसी के निजी दर्जी जलालाबाद वासी सुमेर सिंह ने डेरे के कमरा नंबर 2 ਵਿੱਚ ਤਿਆਰ ਕੀਤੀ ਸੀ। ਜਦੋਂ ਪੁਲਿਸ ਰੂਜੀ ਵੱਲ ਗਈ ਤਾਂ ਤਲਾਸ਼ੀ ਦੌਰਾਨ पोशाक ਅਤੇ कलगी बरामद ਹੋ ਗਈ। ਖੱਟਾ ਸਿੰਘ ਅਤੇ ਬੇਅੰਤ ਸਿੰਘ ਨੇ ਦੱਸਿਆ कि डेरा मुखी जिन्होंने मुसलमान बना के पेश करता है कि हुण केवल खान पावना खान शब्द सुनाउणगे, दरअसल वो मलोट तो हिंदुआं दे लड़के पवन कुमार केवल कुमार हन। पर मुसलमानां नूं अपने जाल विच फसाउण वास्ते उन्हां नूं टोपियां पवा के मुसलमान बना के पेश किया जाता है। कितना झूठ है। साबका चेले बेअंत सिंह ने दस्सिया कि डेरे दे जनाना पेशाब घर वाले पास्यों बहुत बार नवजन्मे बच्चे मिले हैं जो बे औलाद जोड़ियां नूं दे दिते जाते हैं। जदों पुछया जाता है कि बच्चे कित्थों आए तो गोल मोल झूठ बोल दिता जाता है। ये सौदा साध रीस करता है सरबंसदानी गुरु गोबिंद सिंह जी दी, जिन्हां ने सच धर्म लई अपने चारे लाल वार दिते। पर खट्टा सिंह ने दस्सिया कि इसने चेलियां दी कमाई नाल अपनियां 2 धीआं ते 1 पुੱਤ लई डेरे विच 12 करोड़ दीआं 3 कोठियां बनाईयां हन। संदली पत्ती महराज दे रहण वाले अमरजीत सिंह सिद्धू ने दस्सिया कि सौदे डेरे मेरे कोलों अखबार विच नौकरी देण लई 20,000 रिश्वत मंगी गई। स्टेजां ते भ्रिष्टाचार खिलाफ गल्लां करन वाले दे डेरे भी सरकारी दफ्तरां की तरह रिश्वत चलती है। अमनजीत सिंह ने नौकरी लैण लई इन्हां दा नाम शब्द भी लै लिया सी, जो उसने एक चिट्ठी राहीं डेरा मुखी नूं वापस कर दिता। डेरे विचों मिल रहीआं लावारस लाशां दा मसला भी गहरी खोज का मुताज है। तहलका वालियां ये दस्सिया कि एक बारी डेरे दे ट्रक ने लागले पिंड दे एक किसान दे लड़के नूं कुचल दिता। जदों पिंड वालियां ने बड़ी मुश्किल नाल ट्रक काबू किया तां इस दे हज़ारां चेलियां ने पिंड वालियां ते हमला कर दिता अते कुटापा चाढ़िया। सारे धर्मां दा सत्कार करन दा दावा करन वाले दे रसाले सच्ची शिक्षा विच धर्म दे चिन्ह इस दी जुत्ती दे सामने पाए होए हन। जे सत्कार हुंदा तां सिर तो उपर हुंदे। सबूत साडे कोल है। इस दियां भैड़ियां करतूतां खिलाफ रोस प्रदर्शन विच एक गुरसिख कमलजीत सिंह, संगरूर विच एक गुरसिख हरमंदर सिंह डबवाली विच शहीद हो चुकिया है। एक गुरसिख नूं इस दे बॉडीगार्डां ने जिसका नाम बलकार सिंह है बंबे गोली मार के शहीद कर दिता। इस दे डेरे विच हुंदी मजलस विच एक राम सिंह नां दे बंदे ने इस वल छित्र चला मारिया। इस दे चेलियां ने उसका कटापा चाढ़िया ते पुलिस हवाले कर दिता। उसने दस्सिया कि वह डेरे की फैक्ट्री विच मजदूरी करता सी। उसका मजदूरी का 1 लाख रुपया डेरे विच उच्च पदवी ते बैठा एक्सीयन गुप्ता दवाई बैठा है, जिसकी लिखती शिकायत उसने डेरा मुखी नूं पिछली मजलस ते कीती सी, पर कार्रवाई ना होण करके उसने इस मजलस ते सौदा साध वल छित्र कढ मारिया। ये हन धर्मी पुरुषां दे कारे मजदूरां दी मेहनत भी नहीं दिंदे। कुछ समा पहलां सिरसा दे गर्लज होटल विच सोनम त्यागी नां दी लड़की ने खुदकशी कर लई, पर यह भेद नहीं खुलिया कि खुदकशी सी जां कतल। इस वारी हरियाणा सूबे दीआं विधान सभा चोणां विच सौदा साध दे वोट बैंक की पोल भी खुल गई। सिरसा ते फतेहाबाद विच डेरा प्रेमियां की ताकत की पोल खुल गई। सौदा साध दे सियासी विंग ने विधान सभा हलका राणियां तो जो उम्मीदवार खड़ा किया, जिसकी डेरा प्रेमियां ने मदद भी की, वो सिर्फ 12,000 वोटां ही लै सकिया। जिथे भी सौदा साध ने सियासी विंग ने जिथे भी सौदा साध के सियासी विंग ने आज़ाद उम्मीदवार खड़े किए,
ਅਤੇ ਜਿੱਥੇ ਵੀ ਕਾਂਗਰਸੀ ਉਮੀਦਵਾਰਾਂ ਨੂੰ ਹਮਾਇਤ ਦਿੱਤੀ ਉਹ ਸਾਰੇ ਦੇ ਸਾਰੇ ਚੋਣਾਂ ਵਿੱਚ ਹਾਰ ਗਏ। ਟੋਹਾਣਾ ਵਿੱਚ ਡੇਰਾ ਪ੍ਰੇਮੀ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਇਸ ਤੋਂ ਇਲਾਵਾ ਅੰਬਾਲਾ ਵਿੱਚ ਸੌਦਾ ਸਾਧ ਦੀ ਖਾਸ ਚੇਲੀ ਨੂੰ ਵੀ ਹਾਰ ਦਾ ਮੂੰਹ ਦੇਖਣਾ ਪਿਆ। ਇਹ ਗੱਲ ਹੁਣ ਚਿੱਟੇ ਦਿਨ ਵਾਂਗ ਸਾਫ਼ ਹੋ ਗਈ ਕਿ ਸੌਦਾ ਸਾਧ ਦਾ ਕੋਈ ਵੋਟ ਬੈਂਕ ਨਹੀਂ। ਇਸ ਵਾਰ 2012 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ 1-2 ਨੂੰ ਛੱਡ ਕੇ ਉਹ ਸਾਰੇ ਉਮੀਦਵਾਰ ਹਾਰ ਗਏ ਜਿਹੜੇ ਸੌਦਾ ਸਾਧ ਦੇ ਡੇਰੇ ਵੋਟਾਂ ਲੈਣ ਗਏ, ਚਾਹੇ ਉਹ ਅਕਾਲੀ ਸੀ ਚਾਹੇ ਕਾਂਗਰਸੀ, ਕਿਉਂਕਿ ਇਸ ਵਾਰ ਸਿੱਖਾਂ ਨੇ ਉਸ ਉਮੀਦਵਾਰ ਨੂੰ ਵੋਟ ਨਹੀਂ ਪਾਈ ਜੋ ਸਿਰਸੇ ਡੇਰੇ ਗਿਆ, ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਸੀ। ਇਹਨਾਂ ਚੋਣਾਂ ਵਿੱਚ ਵੋਟਾਂ ਲੈਣ ਲਈ ਚੋਣਾਂ ਤੋਂ 3 ਦਿਨ ਪਹਿਲਾਂ ਬਠਿੰਡਾ ਵਿਖੇ ਸੌਦਾ ਸਾਧ 'ਤੇ ਚੱਲਦੇ 295A ਦਾ ਕੇਸ ਵਾਪਸ ਲੈਣ ਦੀ ਚਾਲ ਵੀ ਚੱਲੀ ਗਈ ਸੀ, ਪਰ ਮੀਡੀਆ ਵਿੱਚ ਆਉਣ ਕਰਕੇ ਉਹ ਚਾਲ ਫੇਲ ਹੋ ਗਈ। ਰਾਮਚੰਦਰ ਛਤਰਪਤੀ ਅਤੇ ਖਾਨਪੁਰ ਕੋਹਲੀਆਂ ਦੇ ਰਣਜੀਤ ਸਿੰਘ ਦੇ ਕਤਲ ਅਤੇ ਸਾਧਵੀਆਂ ਨਾਲ ਬਲਾਤਕਾਰ ਦੇ ਕੇਸ ਇਸ 'ਤੇ ਚੱਲ ਰਹੇ ਹਨ। ਸਮਾਂ ਦੱਸੇਗਾ ਕੀ ਫੈਸਲਾ ਹੁੰਦਾ ਹੈ, ਪਰ ਹੈਰਾਨੀ ਦੀ ਗੱਲ ਹੈ ਕਿ ਬਲਾਤਕਾਰ ਅਤੇ ਕਤਲ ਜਿਹੇ ਕੇਸ ਦਰਜ ਹੋਣ ਤੋਂ ਬਾਅਦ ਬਿਨਾਂ ਗ੍ਰਿਫਤਾਰੀ ਜ਼ਮਾਨਤ ਪਤਾ ਨਹੀਂ ਕਿਹੜੇ ਕਾਨੂੰਨ ਮੁਤਾਬਕ ਹੋਈ ਹੈ। ਆਮ ਬੰਦੇ ਨੂੰ ਤਾਂ ਮਾਮੂਲੀ ਝਗੜੇ ਵਿੱਚ ਜੇਲ੍ਹ ਭੇਜ ਦਿੱਤਾ ਜਾਂਦਾ ਹੈ, ਬਾਅਦ ਦੇ ਵਿੱਚ ਨੇਕ ਚੱਲਣੀ ਜ਼ਮਾਨਤ ਹੁੰਦੀ ਹੈ। ਇਸ ਦਾ ਭਾਵ ਆਮ ਬੰਦੇ ਲਈ ਕਾਨੂੰਨ ਹੋਰ, ਡੇਰੇਦਾਰਾਂ ਲਈ ਕਾਨੂੰਨ ਹੋਰ ਹੈ। ਫਿਰ ਅਪਰਾਧੀ ਬੰਦੇ ਨੂੰ Z+ ਸੁਰੱਖਿਆ ਤਾਂ ਸਿੱਧੀ ਸਰਕਾਰੀ ਗੁੰਡਾਗਰਦੀ ਬਣਦੀ ਹੈ। ਇਹੀ ਭਾਵ ਹੋਇਆ ਕਿ ਤੂੰ ਭਾਵੇਂ ਕਤਲ ਕਰ ਭਾਵੇਂ ਬਲਾਤਕਾਰ ਕਰ, ਅਸੀਂ ਤੇਰੇ ਨਾਲ ਹਾਂ। ਇੱਕ ਅਪਰਾਧੀ ਬੰਦੇ ਨੂੰ Z+ ਸੁਰੱਖਿਆ ਦੇਣੀ। ਜਿੱਥੋਂ ਤੱਕ ਗੁਰਦੁਆਰੇ, ਜਿੱਥੋਂ ਤੱਕ ਗੁਰੂਆਂ ਦੀ ਰੀਸ ਕਰਨ ਦਾ ਸਵਾਲ ਹੈ, ਇਹ ਕੱਚੇ ਗੁਰੂ ਕਦੇ ਵੀ ਸੱਚੇ ਸਤਿਗੁਰੂ ਦੀ ਬਰਾਬਰੀ ਨਹੀਂ ਕਰ ਸਕਦੇ। ਗੁਰੂ ਨਾਨਕ ਸਾਹਿਬ ਸੱਜਣ ਠੱਗ ਦੀ ਕਤਲਗਾਹ ਵਿੱਚ ਜਾ ਕੇ ਵੀ ਸੱਜਣ ਠੱਗ ਨੂੰ ਭਾਈ ਸੱਜਣ ਬਣਾ ਆਏ, ਪਰ ਇਹਨਾਂ ਦਾ ਆਪਣਾ ਡੇਰਾ ਹੀ ਕਤਲਗਾਹ ਬਣਿਆ ਹੋਇਆ ਹੈ। 5ਵੇਂ ਪਾਤਸ਼ਾਹ ਤੱਤੀ ਤਵੀ 'ਤੇ ਬੈਠੇ, ਇਸ ਨੂੰ ਗਰਮ ਪਤੀਲੇ ਨਾਲ ਹੀ ਹੱਥ ਲਵਾ ਦਿਓ, ਦੇਖੋ ਫਿਰ ਕਿਵੇਂ ਚੀਕਾਂ ਮਾਰਦਾ ਹੈ। 6ਵੇਂ ਪਾਤਸ਼ਾਹ ਨੇ ਜ਼ੁਲਮ ਨਾਲ ਟੱਕਰ ਲਈ। ਅੱਜ ਦੇ ਕੱਚੇ ਗੁਰੂ ਡੇਰਿਆਂ ਦੀਆਂ ਗੁਫਾਵਾਂ ਵਿੱਚ ਮੌਜ ਮਸਤੀਆਂ ਕਰਦੇ ਹਨ। ਗੁਰੂ ਨਾਨਕ ਸਾਹਿਬ ਨੇ ਖੋਲ ਵਿਗਿਆਨ ਪਹਿਲਾਂ ਹੀ ਜਪਜੀ ਸਾਹਿਬ ਵਿੱਚ ਲਿਖ ਦਿੱਤਾ ਕਿ ਅੱਜ ਦੇ ਕਿਸੇ ਗੁਰੂ ਨੇ ਕੋਈ ਮਾਰ ਕੇ ਦੀ ਗੱਲ ਕੀਤੀ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਜ਼ਬਰ ਜ਼ੁਲਮ ਧੱਕੇ ਖਿਲਾਫ ਸ਼ਹੀਦੀ ਦਿੱਤੀ, ਪਰ ਅੱਜ ਦੇ ਕੱਚੇ ਗੁਰੂ ਧੱਕੇ ਖਿਲਾਫ ਸ਼ਹੀਦੀ ਤਾਂ ਕਿੱਥੇ ਬੋਲਦੇ ਵੀ ਨਹੀਂ। ਜਿਸ ਦਸ਼ਮੇਸ਼ ਪਿਤਾ ਜੀ ਦੀ ਇਹ ਨਕਲ ਕਰਦਾ ਹੈ, ਉਹਨਾਂ ਨੇ ਤਾਂ ਸਰਬੰਸ ਵਾਰ ਦਿੱਤਾ। ਪਿਤਾ ਵਾਰਿਆ, ਮਾਤਾ ਵਾਰੀ, ਬਾਰ ਦੀਏ ਪੁੱਤ 4, ਸ਼ੇਰਾਂ ਦੀ ਕੌਮ ਬਣਾ ਕੇ ਸਾਜੇ ਸਿੰਘ ਸਰਦਾਰ, ਹੋਣਾ ਨਹੀਂ ਕੋਈ ਦਸ਼ਮੇਸ਼ ਜਿਹਾ, ਭਾਵੇਂ ਸਿਰਸੇ ਵਾਲੇ ਪਖੰਡੀ ਵਰਗੇ ਜੰਮ ਪੈਣ 1000। ਸੋ ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਸਿਰਸੇ ਵਾਲੇ ਡੇਰੇ ਦੀ ਅਸਲੀਅਤ ਦੱਸੀ ਹੈ। ਨਿੰਦਾ ਹੁੰਦੀ ਹੈ ਆਪਣੇ ਕੋਲੋਂ ਗੱਲਾਂ ਬਣਾ ਕੇ ਕਿਸੇ ਨੂੰ ਬਦਨਾਮ ਕਰਨਾ। ਇਹ ਸਾਰਾ ਕੁਝ ਇਸ ਦੇ ਸਾਬਕਾ ਚੇਲਿਆਂ ਨੇ ਦੱਸਿਆ ਹੈ, ਜੋ TV ਅਤੇ ਅਖਬਾਰਾਂ ਵਿੱਚ ਆ ਚੁੱਕਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।